ਨਾਟਕ ਦੀ ਸਿਰਜਣਾ ਵਿਧੀਆਂ। ਸਿਰਜਣ ਵਿਧੀ ਦਾ ਨਾਟਕ ਵਿੱਚ ਮਹੱਤਵਪੂਰਨ ਸਥਾਨ ਹੈ। ਡਾਕਟਰ ਗੁਰਦਿਆਲ ਸਿੰਘ ਫੂਲ ਨੇ ਸਿਰਜਣ ਵਿਧੀ ਨੂੰ ਰਚਨਾ ਸ਼ਿਲਪ ਦਾ ਨਾਂ ਦੇ ਕੇ ਦੱਸਿਆ ਹੈ ਕਿ ਨਾਟਕੀ ਸ਼ਿਲਪ ਨਾਟਕ ਦਾ ਪਥ ਪ੍ਰਦਰਸ਼ਕ ਵੀ ਹੈ, ਸੀਮਾ ਵੀ ਹੈ, ਆਲੋਚਕ ਵੀ ਹੈ। ਸ਼ਿਲਪ ਬਿਨਾਂ ਕੋਈ ਕਲਾ ਆਪਣਾ ਅਸਲੀ ਰੂਪ ਨਹੀਂ ਧਾਰਦੀ। ਅਸਲੀ ਪ੍ਰਭਾਵਸ਼ਾਲੀ ਨਾਟਕ ਸੁਚੱਜੀ ਨਾਟਕੀ ਸ਼ਿਲਪ ਨਾਲ ਹੀ ਬਣਦਾ ਹੈ। ਨਾਟਕ ਵਿੱਚ ਸੋਝ ਸੁਆਦੀ ਰੂਪ ਕੇਵਲ ਸ਼ਿਲਪ ਨਾਲ ਹੀ ਆਉਂਦਾ ਹੈ। ਜੀਵਨ ਦੇ ਸਮੁੱਚੇ ਵਿਸਤਾਰ ਵਿੱਚ ਨਾਟਕਕਾਰ ਦੀ ਕੱਚੀ ਸਮੱਗਰੀ ਖਿਲਰੀ ਹੁੰਦੀ ਹੈ। ਨਾਟਕਕਾਰ ਕੋਈ ਘਟਨਾ ਜਾਂ ਵਸਤੂ ਚੁਣ ਕੇ ਉਸ ਉੱਤੇ ਆਪਣੀ ਨਾਟਕੀ ਦੁਨੀਆ ਉਸਾਰਦਾ ਹੈ ਅਤੇ ਸਾਰਾ ਨਾਟਕ ਇੱਕ ਕਾਰਜ ਬਣ ਕੇ ਸਾਹਮਣੇ ਆਉਂਦਾ ਹੈ। ਪਰ ਇਹ ਸਭ ਕੁਝ ਤਦ ਹੀ ਸੰਭਵ ਹੁੰਦਾ ਹੈ ਜੇ ਸਿਰਜਣ ਵਿਧੀ ਜਾਂ ਰਚਨਾ ਸ਼ਿਲਪ ਚੰਗਾ ਹੋਏ। ਭਾਰਤੀ ਸਿਰਜਣਾ ਵਿਧੀ। ਭਾਰਤੀ ਵਿਦਵਾਨਾਂ ਅਨੁਸਾਰ ਨਾਟਕ ਦੀ ਸਿਰਜਣਾ ਦੇ 3 ਆਧਾਰ ਹਨ: 5 ਅਵਸਥਾਵਾਂ, 5 ਅਰਥ ਪ੍ਰਕਿਰਤੀਆਂ ਤੇ 5 ਸੰਧੀਆਂ। 5 ਅਵਸਥਾਵਾਂ। ਇਹ 5 ਅਵਸਥਾਵਾਂ ਅਸਲ ਵਿੱਚ ਨਾਟਕ ਦੀਆਂ ਕਾਰਜ ਅਵਸਥਾਵਾਂ ਹਨ। ਇਹਨਾਂ ਵਿੱਚੋਂ ਪਹਿਲੀ ਹੈ ਆਰੰਭ। ਇਸ ਵਿੱਚ ਫਲ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਜਾਂਦੀ ਹੈ। ਇਸ ਕਾਮਨਾ ਨੂੰ ਪ੍ਰਾਪਤੀ ਵਿੱਚ ਬਦਲਣ ਲਈ ਦੂਜੀ ਅਵਸਥਾ ਪ੍ਰਯਤਨ ਦਾ ਸਥਾਨ ਹੈ। ਤੀਜੀ ਅਵਸਥਾ ਦਾ ਨਾਂ ਹੈ ਪ੍ਰਾਪਤੀ ਆਸ਼ਾ ਹੈ, ਜਿਸ ਵਿੱਚ ਰੁਕਾਵਟਾਂ ਦੇ ਬਾਵਜੂਦ ਪ੍ਰਾਪਤੀ ਦੀ ਆਸ ਬੱਝਦੀ ਹੈ। ਨਿਤਿਆਪਤੀ ਨਾਂ ਦੀ ਚੌਥੀ ਅਵਸਥਾ ਵਿੱਚ ਸਫਲਤਾ ਦੀ ਪ੍ਰਾਪਤੀ ਨਿਸ਼ਚਿਤ ਰੂਪ ਧਾਰਨ ਕਰਦੀ ਹੈ। ਪੰਜਵੀਂ ਅਵਸਥਾ ਫਲਾਗਮ ਦੀ ਹੈ, ਜਿਸ ਵਿੱਚ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। 5 ਅਰਥ ਪ੍ਰਕਿਰਤੀਆਂ। 5 ਅਰਥ ਪ੍ਰਕਿਰਤੀਆਂ ਵਿੱਚ ਕਥਾ ਵਸਤੂ ਦੇ ਤੱਤਾਂ ਨੂੰ ਅਰਥ ਪ੍ਰਕਿਰਤੀਆਂ ਦਾ ਨਾਂ ਦਿੱਤਾ ਜਾਂਦਾ ਹੈ। ਪਹਿਲੀ ਅਰਥ ਪ੍ਰਕਿਰਤੀ ਹੈ ਬੀਜ, ਜਿਸ ਨੇ ਹੌਲੀ ਹੌਲੀ ਫਲ ਦੀ ਸਥਿਤੀ ਵੱਲ ਵਿਕਾਸ ਕਰਨਾ ਹੈ। ਬਿੰਦੂ ਦੂਜੀ ਅਰਥ ਪ੍ਰਕਿਰਤੀ ਹੈ, ਜਿਸ ਵਿੱਚ ਨਾਇਕ ਦੇ ਯਤਨਾਂ ਦਾ ਅੰਤ ਤੱਕ ਇਸ ਤਰ੍ਹਾਂ ਵਿਸਤਾਰ ਹੁੰਦਾ ਕਿ ਜਿਵੇਂ ਪਾਣੀ ਉੱਤੇ ਤੇਲ ਦੀ ਬੂੰਦ ਦਾ। ਪਤਾਕਾ ਨਾਂ ਦੀ ਤੀਜੀ ਅਰਥ ਪ੍ਰਕਿਰਤੀ ਅਸਲੋਂ ਪ੍ਰਧਾਨ ਕਥਾ ਦੀ ਸਹਾਇਤਾ ਲਈ ਲਿਆਉਂਦਾ ਪ੍ਰਸੰਗਿਕ ਬਿਰਤਾਂਤ ਹੈ। ਚੌਥੀ ਪ੍ਰਕਿਰਤੀ ਦਾ ਨਾਂ ਹੈ ਪ੍ਰਕਰੀ। ਇਹ ਨਾਟਕ ਦਾ ਛੋਟਾ ਜਿਹਾ ਬਿਰਤਾਂਤ ਹੁੰਦਾ ਹੈ, ਪਰ ਨਾਇਕ ਨਾਲ ਇਸ ਦਾ ਕੋਈ ਉਚੇਰਾ ਸੰਬੰਧ ਨਹੀਂ ਹੁੰਦਾ। ਹਾਂ, ਕਥਾ ਨੂੰ ਅੱਗੇ ਤੋਰਨ ਵਿੱਚ ਸਹਾਇਕ ਜ਼ਰੂਰੀ ਹੁੰਦਾ ਹੈ। ਕਾਰਜ ਪੰਜਵੀਂ ਅਰਥ ਪ੍ਰਕਿਰਤੀ ਦਾ ਨਾਂ ਹੈ। ਇਹ ਉਹ ਮਨੋਰਥ ਹੈ ਜਿਸ ਲਈ ਨਾਟਕ ਦੀ ਉਸਾਰੀ ਆਰੰਭ ਕੀਤੀ ਜਾਂਦੀ ਹੈ। 5 ਸੰਧੀਆਂ। ਕਾਰਜ ਅਵਸਥਾਵਾਂ ਨੂੰ ਉਹਨਾਂ ਦੇ ਸੁਭਾਵਿਕ ਅੰਤ ਵੱਲ ਲੈ ਜਾਣ ਵਾਲੀਆਂ 5 ਸੰਧੀਆਂ ਹੁੰਦੀਆਂ ਹਨ। ਇਹਨਾਂ ਦੇ ਨਾਂ ਇਸ ਪ੍ਰਕਾਰ ਹੈ: ਮੁੱਖ, ਪ੍ਰਤਿਮੁੱਖ, ਗਰਭ, ਵਿਮਰਸ਼ ਅਤੇ ਨਿਰਵਹਿਣ। ਇਹਨਾਂ ਦੀ ਸਥਿਤੀ ਨੂੰ ਸਪਸ਼ਟ ਕਰਦਿਆਂ ਡਾਕਟਰ ਗੁਰਸ਼ਰਨ ਕੌਰ ਜੱਗੀ ਨੇ ਦੱਸਿਆ ਹੈ ਕਿ ਆਰੰਭ ਨਾਂ ਦੀ ਅਵਸਥਾ ਦੇ ਨਾਲ ਅਨੇਕ ਅਰਥਾਂ ਨੂੰ ਰੂਪਾਇਤ ਕਰਨ ਲਈ ਬੀਜ ਨਾਂ ਦੀ ਅਰਥ ਪ੍ਰਕਿਰਤੀ ਦਾ ਉਤਪੰਨ ਹੋਣਾ ਮੁੱਖ ਸੰਧੀ ਹੈ। ਇਸ ਤੋਂ ਸਪਸ਼ਟ ਹੈ ਕਿ ਮੁੱਖ ਸੰਧੀ ਨਾਲ ਆਰੰਭ ਅਵਸਥਾ ਅਤੇ ਬੀਜ ਅਰਥ ਪ੍ਰਕਿਰਤੀ ਦਾ ਆਪਸੀ ਸੰਬੰਧ ਜੁੜਦਾ ਹੈ। ਇਸੇ ਤਰ੍ਹਾਂ ਪ੍ਰਯਤਨ ਅਵਸਥਾ ਅਤੇ ਬੀਜੂ ਅਰਥ ਪ੍ਰਕਿਰਤੀ ਦੇ ਆਪਸੀ ਮੇਲ ਨੂੰ ਪ੍ਰਤਿਮੁੱਖ ਸੰਧੀ ਕਿਹਾ ਜਾਂਦਾ ਹੈ। ਪ੍ਰਾਪਤੀ ਆਸ਼ਾ ਅਵਸਥਾ ਅਤੇ ਪਤਾਕਾ ਅਰਥ ਪ੍ਰਕਿਰਤੀ ਨੂੰ ਜੋੜਨ ਨਾਲ ਗਰਭ ਸੰਧੀ ਪੈਦਾ ਹੁੰਦੀ ਹੈ। ਨੀਤਾਪਤੀ ਅਵਸਥਾ ਅਤੇ ਪ੍ਰਕਰੀ ਅਰਥ ਪ੍ਰਕਿਰਤੀ ਦੇ ਮੇਲ ਨਾਲ ਵਿਮਰਸ਼ ਸੰਧੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਫਲਾਗਮ ਅਵਸਥਾ ਅਤੇ ਕਾਰਜ ਅਰਥ ਪ੍ਰਕਿਰਤੀ ਦੇ ਮੇਲ ਨਾਲ ਨਿਰਵਹਿਣ ਸੰਧੀ ਦਾ ਸਰੂਪ ਬਣਦਾ ਹੈ। ਸਪਸ਼ਟ ਹੈ ਕਿ 5 ਅਵਸਥਾਵਾਂ, 5 ਅਰਥ ਪ੍ਰਕਿਰਤੀਆਂ ਅਤੇ 5 ਸੰਧੀਆਂ ਦਾ ਆਪਸ ਵਿੱਚ ਨਿੱਘਾ ਸੰਬੰਧ ਹੈ ਅਤੇ ਇੱਕ ਦੂਜੇ ਉੱਤੇ ਨਿਰਭਰ ਕਰਦੀਆਂ ਹਨ। ਇਹਨਾਂ ਦੀ ਉਚਿਤ ਯੋਜਨਾ ਨਾਲ ਉੱਤਮ ਨਾਟਕ ਹੋਂਦ ਵਿੱਚ ਆਉਂਦਾ ਹੈ। ਪੱਛਮੀ ਸਿਰਜਣ ਵਿਧੀ। ਪੱਛਮੀ ਵਿਦਵਾਨਾਂ ਨੇ ਵੀ ਨਾਟਕ ਰਚਨਾ ਲਈ ਕੁਝ ਸਿਰਜਣ ਵਿਧੀਆਂ ਦੀ ਕਲਪਨਾ ਕੀਤੀ ਹੈ। ਇਹ ਵਿਧੀਆਂ ਕੇਵਲ ਪਥ ਪ੍ਰਦਰਸ਼ਕ ਹੀ ਹਨ। ਜ਼ਰੂਰੀ ਨਹੀਂ ਕਿ ਹਰ ਇੱਕ ਸ਼੍ਰੇਸ਼ਟ ਨਾਟਕ ਵਿੱਚ ਇਹਨਾਂ ਦਾ ਹੋਣਾ ਜ਼ਰੂਰੀ ਹੈ। ਇਹ ਤਾਂ ਕੇਵਲ ਸਹਾਇਤਾ ਲਈ ਕਲਪੀਆਂ ਗਈਆਂ ਹਨ। ਇਹਨਾਂ ਬਾਰੇ ਕੁਝ ਵਿਸਤਾਰ ਨਾਲ ਗੱਲ ਕਰਨੀ ਉਚਿਤ ਹੋਵੇਗੀ। ਨੰਬਰ 1, ਆਰੰਭਿਕ ਅਵਸਥਾ।
ਇਹ ਇੱਕ ਪ੍ਰਕਾਰ ਦੀ ਪ੍ਰਸਤਾਵਨਾ ਹੁੰਦੀ ਹੈ। ਇਸ ਵਿੱਚ ਦੱਸਿਆ ਜਾਂਦਾ ਕਿ ਮੁੱਖ ਪਾਤਰ ਕਿਹੜੇ-ਕਿਹੜੇ ਹਨ ਅਤੇ ਉਹਨਾਂ ਦੇ ਸਾਹਮਣੇ ਕਿਹੜੀਆਂ ਸਮੱਸਿਆਵਾਂ ਹਨ। ਦੂਸਰਾ ਨੰਬਰ ਹੈ ਸੰਘਰਸ਼ ਦਾ ਵਿਕਾਸ। ਇਸ ਵਿੱਚ ਕਿਸੇ ਅਚਾਨਕ ਪੈਦਾ ਹੋਈ ਘਟਨਾ ਨੂੰ ਕਰਕੇ ਕੋਈ ਨਵੀਂ ਸਮੱਸਿਆ ਖੜੀ ਹੋ ਜਾਂਦੀ ਹੈ। ਇੱਥੋਂ ਹੀ ਸਿਖਰ ਵੱਲ ਵਧਣ ਦਾ ਪਹਿਲਾ ਕਦਮ ਪੁੱਟਿਆ ਜਾਂਦਾ ਹੈ। ਤੀਜਾ ਪੁਆਇੰਟ ਹੈ ਸਿਖਰ। ਇਸ ਅਵਸਥਾ ਵਿੱਚ ਸੰਘਰਸ਼ ਆਪਣੀ ਚਰਮ ਸੀਮਾ ਉੱਤੇ ਪਹੁੰਚਦਾ ਹੈ। ਇੱਕ ਘਟਨਾ ਵਿੱਚੋਂ ਦੂਜੀ ਘਟਨਾ ਜਨਮ ਲੈਂਦੀਆਂ ਹੋਈਆਂ ਪਾਤਰਾਂ ਦੇ ਮਨ ਵਿਚਲੀ ਸਥਿਤੀ ਨੂੰ ਬਦਲਦੀ ਜਾਂਦੀ ਹੈ। ਸਹਿਜੇ-ਸਹਿਜੇ ਵਿਕਾਸ ਕਰਦੀਆਂ ਇਹ ਘਟਨਾਵਾਂ ਨਾਇਕ ਅਤੇ ਨਾਇਕਾ ਨੂੰ ਜੀਵਨ ਦੇ ਸਭ ਨਾਲੋਂ ਮਹੱਤਵਪੂਰਨ ਛਿਣ ਉੱਤੇ ਪਹੁੰਚਾ ਦਿੰਦੀਆਂ ਹਨ। ਚੌਥਾ ਪੁਆਇੰਟ ਹੈ ਸੰਘਰਸ਼ ਤੋਂ ਖਲਾਸੀ। ਇੱਥੇ ਨਾਟਕ ਦਾ ਸੰਘਰਸ਼ ਮੱਠਾ ਪੈ ਜਾਂਦਾ ਹੈ। ਸਾਰੀਆਂ ਘਟਨਾਵਾਂ ਨੂੰ ਸਮੇਟਿਆ ਜਾਂਦਾ ਹੈ ਅਤੇ ਸਾਰਾ ਕਾਰਜ ਸਮਾਪਤ ਹੋ ਜਾਂਦਾ ਹੈ। ਇੱਥੇ ਪਹੁੰਚ ਕੇ ਸਾਰੀ ਗੁੰਝਲ ਖੁੱਲ੍ਹ ਜਾਂਦੀ ਹੈ। ਪੰਜਵਾਂ ਪੁਆਇੰਟ ਹੈ ਸਮਾਪਤੀ। ਇੱਥੇ ਪਹੁੰਚ ਕੇ ਪਾਤਰਾਂ ਦਾ ਸਾਰਾ ਸੰਘਰਸ਼ ਮੁੱਕ ਜਾਂਦਾ ਹੈ। ਉਹਨਾਂ ਦੀਆਂ ਸਮੱਸਿਆ ਹੱਲ ਹੋ ਜਾਂਦੀ ਹੈ ਅਤੇ ਉਹਨਾਂ ਨੂੰ ਇੱਛਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਸਭ ਕੁਝ ਬਾਹਰੋਂ ਥੋਪਿਆ ਹੋਇਆ ਨਹੀਂ ਹੋਣਾ ਚਾਹੀਦਾ, ਸਗੋਂ ਸੰਘਰਸ਼ ਦੇ ਸੁਭਾਵਿਕ ਵਿਕਾਸ ਦਾ ਹੀ ਫਲ ਹੋਣਾ ਚਾਹੀਦਾ ਹੈ। ਅਗਲਾ ਹੈ ਵਰਗੀਕਰਨ। ਨਾਟਕਾਂ ਦਾ ਵਰਗੀਕਰਨ ਕਈ ਦ੍ਰਿਸ਼ਟੀਆਂ ਤੋਂ ਕੀਤਾ ਜਾ ਸਕਦਾ ਹੈ, ਪਰ ਮੁੱਖ ਰੂਪ ਵਿੱਚ ਦੋ ਵਰਗ ਹਨ, ਇੱਕ ਵਿਸ਼ੇ ਅਨੁਸਾਰ, ਦੂਜਾ ਪ੍ਰਭਾਵ ਅਨੁਸਾਰ। ਇਸ ਦ੍ਰਿਸ਼ਟੀ ਤੋਂ ਨਾਟਕਾਂ ਨੂੰ 5 ਉਪਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਇਤਿਹਾਸਕ ਨਾਟਕ, ਪੁਰਾਣਿਕ ਨਾਟਕ, ਸਮਾਜਿਕ ਨਾਟਕ, ਧਾਰਮਿਕ ਨਾਟਕ, ਰਾਜਨੀਤਿਕ ਨਾਟਕ। ਨੰਬਰ 1 ਇਤਿਹਾਸਕ ਨਾਟਕ। ਇਤਿਹਾਸਕ ਨਾਟਕ ਵਿੱਚ ਆਮ ਤੌਰ ਤੇ ਇਤਿਹਾਸ ਵਿੱਚੋਂ ਸਮੱਗਰੀ ਲਈ ਜਾਂਦੀ ਹੈ। ਇਸ ਤਰ੍ਹਾਂ ਦੇ ਨਾਟਕਾਂ ਵਿੱਚ ਵਰਤਮਾਨ ਸਮੱਸਿਆ ਨੂੰ ਨਜਿੱਠਣ ਲਈ ਇਤਿਹਾਸ ਦੀ ਕਿਸੇ ਘਟਨਾ ਨੂੰ ਆਧਾਰ ਬਣਾਇਆ ਜਾਂਦਾ ਹੈ। ਇਹਨਾਂ ਨਾਟਕਾਂ ਦੀਆਂ ਅੱਗੋਂ ਦੋ ਕਿਸਮਾਂ ਹਨ। ਇੱਕ ਉਹ ਨਾਟਕ ਜੋ ਪੂਰੀ ਤਰ੍ਹਾਂ ਇਤਿਹਾਸ ਉੱਤੇ ਆਧਾਰਿਤ ਹੁੰਦੇ ਹਨ। ਦੂਜਾ ਉਹ ਨਾਟਕ ਜੋ ਇਤਿਹਾਸਕ ਆਧਾਰਿਤ ਤੋਂ ਇਲਾਵਾ ਕਲਪਨਾ ਦਾ ਤੱਤ ਵੀ ਸ਼ਾਮਿਲ ਕਰ ਲੈਂਦੇ ਹਨ। ਅਜਿਹੇ ਨਾਟਕਾਂ ਨੂੰ ਅਰਧ ਇਤਿਹਾਸਕ ਨਾਟਕ ਕਿਹਾ ਜਾਂਦਾ ਹੈ। ਰਾਜਾ ਪੋਰ, ਸੁਲਤਾਨ ਰਜ਼ੀਆ ਆਦਿ ਇਤਿਹਾਸਕ ਨਾਟਕ ਹਨ ਅਤੇ ਮੋਇਆ ਸਾਰਨਾਕਾਈ ਅਰਧ ਇਤਿਹਾਸਕ ਨਾਟਕ ਹਨ। ਦੂਜਾ ਹੈ ਪੌਰਾਣਿਕ ਨਾਟਕ। ਪੌਰਾਣਿਕ ਨਾਟਕ ਵਿੱਚ ਸਮੱਗਰੀ ਦਾ ਆਧਾਰ ਇਤਿਹਾਸ ਨਹੀਂ, ਪੌਰਾਣਿਕ ਪਰੰਪਰਾਵਾਂ ਹਨ। ਇਹ ਪੁਰਾਣਿਕ ਪਰੰਪਰਾਵਾਂ ਪੁਰਾਤਨ ਮਿੱਥ ਨਾਲ ਸੰਬੰਧਿਤ ਹੁੰਦੀਆਂ ਹਨ, ਪਰ ਕਈ ਵਾਰ ਨਵੀਆਂ ਮਿੱਥ ਨੂੰ ਵੀ ਨਾਟਕ ਦੀ ਕਥਾ ਵਸਤੂ ਲਈ ਚੁਣ ਲਿਆ ਜਾਂਦਾ ਹੈ। ਸੰਤ ਸਿੰਘ ਸੇਖੋਂ ਦਾ ਲਿਖਿਆ ਨਾਟਕ ਕਲਾਕਾਰ ਪੁਰਾਣਿਕ ਪਿਛੋਕੜ ਉੱਤੇ ਉਸਰਿਆ ਹੋਇਆ ਹੈ। ਤੀਜਾ ਹੈ ਸਮਾਜਿਕ ਨਾਟਕ। ਸਮਾਜਿਕ ਨਾਟਕ ਆਪਣੀ ਸਮੱਗਰੀ ਇਤਿਹਾਸ ਜਾਂ ਪੁਰਾਣ ਤੋਂ ਨਾ ਲੈ ਕੇ ਆਪਣੇ ਆਲੇ ਦੁਆਲੇ ਤੋਂ ਲੈਂਦੇ ਹਨ। ਅਸਲ ਵਿੱਚ ਨਾਟਕ ਸਮਾਜ ਤੋਂ ਉਪਜਿਆ ਹੈ ਅਤੇ ਇਸ ਦਾ ਸਭ ਤੋਂ ਵੱਧ ਮਹੱਤਵਪੂਰਨ ਵਿਸ਼ਾ ਹੈ ਹੀ ਸਮਾਜ ਜਾਂ ਉਸ ਨਾਲ ਸੰਬੰਧਿਤ ਸਮੱਸਿਆਵਾਂ। ਸਮਾਜਿਕ ਸਮੱਸਿਆਵਾਂ ਹੀ ਮਨੁੱਖ ਨੂੰ ਅਧਿਕ ਘੇਰੀ ਰੱਖਦੀਆਂ ਹਨ ਅਤੇ ਉਹਨਾਂ ਦਾ ਹੱਲ ਹੀ ਮਨੁੱਖਾਂ ਲਈ ਅਧਿਕ ਲਾਭਦਾਇਕ ਹੈ। ਬੇਮੇਲ ਵਿਆਹ, ਮਨਪਸੰਦ ਦਾ ਵਿਆਹ, ਵਿਧਵਾ ਵਿਆਹ ਆਦਿ ਅਨੇਕ ਸਮੱਸਿਆਵਾਂ ਅਜਿਹੇ ਹੀ ਨਾਟਕਾਂ ਵਿੱਚ ਚਿਤਰੀਆਂ ਜਾਂਦੀਆਂ ਹਨ। ਵਾਰਕਾਰ, ਅਣਜੋੜ, ਸੁਭੱਦਰਾ ਇਸੇ ਪ੍ਰਕਾਰ ਦੇ ਨਾਟਕ ਹਨ। ਸਮਾਜਿਕ ਨਾਟਕਾਂ ਦਾ ਹੀ ਇੱਕ ਰੂਪ ਸਮੱਸਿਆ ਨਾਟਕ ਵਾਲਾ ਹੈ। ਇਸ ਵਿੱਚ ਕੋਈ ਸਮਾਜਿਕ ਸਮੱਸਿਆ ਲੈ ਕੇ ਉਸ ਦਾ ਹੱਲ ਦੱਸਿਆ ਜਾਂਦਾ ਹੈ। ਡਾਕਟਰ ਗੁਰਦਿਆਲ ਸਿੰਘ ਫੂਲ ਅਨੁਸਾਰ ਸਮੱਸਿਆ ਨਾਟਕ ਵਿੱਚ ਇੱਕ ਵਿਚਾਰ ਹੁੰਦਾ ਹੈ, ਇੱਕ ਸਵਾਲ ਹੁੰਦਾ ਹੈ ਅਤੇ ਸਮੱਸਿਆ ਨਾਟਕ ਨੇ ਉਸ ਦਾ ਜਵਾਬ ਦੇਣਾ ਹੁੰਦਾ ਹੈ। ਜੇ ਨਾਟਕਕਾਰ ਕੋਈ ਸਹੀ ਜਵਾਬ ਨਾ ਜੁਟਾ ਸਕੇ ਤਾਂ ਘੱਟੋ ਘੱਟ ਉਸਨੇ ਦਰਸ਼ਕਾਂ ਦੇ ਮਨ ਅੰਦਰ ਉਸ ਸਵਾਲ ਦਾ ਹੱਲ ਲੱਭਣ ਲਈ ਉਤੇਜਨਾ ਪੈਦਾ ਕਰਨੀ ਹੁੰਦੀ ਹੈ। ਚੌਥਾ ਹੈ ਧਾਰਮਿਕ ਨਾਟਕ। ਧਰਮ ਦੇ ਮਸਲੇ ਨਾਲ ਸੰਬੰਧਿਤ ਨਾਟਕਾਂ ਨੂੰ
ਧਾਰਮਿਕ ਨਾਟਕ ਕਿਹਾ ਜਾਂਦਾ ਹੈ। ਸ਼ੁਰੂ ਵਿੱਚ ਧਾਰਮਿਕ ਆਗੂਆਂ, ਭਗਤਾਂ, ਸੰਤਾਂ, ਫਕੀਰਾਂ ਜਾਂ ਅਵਤਾਰਾਂ ਦੇ ਜੀਵਨ ਅਤੇ ਫਲਸਫੇ ਉੱਤੇ ਪ੍ਰਕਾਸ਼ ਪਾਉਣ ਲਈ ਅਜਿਹੇ ਨਾਟਕ ਲਿਖੇ ਜਾਂਦੇ ਸਨ, ਪਰ ਬਾਅਦ ਵਿੱਚ ਕਿਸੇ ਧਾਰਮਿਕ ਸਿਧਾਂਤ ਨੂੰ ਲੈ ਕੇ ਨਾਟਕ ਲਿਖਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਧਾਰਮਿਕ ਨਾਟਕ ਕਿਸੇ ਧਰਮ ਦੀ ਪੁਰਾਤਨ ਰਹੁ-ਰੀਤਾਂ ਅਤੇ ਮਰਿਆਦਾਵਾਂ ਦੀ ਪਾਲਣਾ ਲਈ ਵੀ ਲਿਖੇ ਜਾਂਦੇ ਹਨ। ਪੰਜਾਬੀ ਵਿੱਚ ਸਿੱਖ ਧਰਮ ਦੀ ਅਨੇਕ ਇਤਿਹਾਸਕ ਘਟਨਾਵਾਂ ਜਾਂ ਸਿਧਾਂਤਾਂ ਨੂੰ ਲੈ ਕੇ ਬਹੁਤ ਸਾਰੇ ਨਾਟਕ ਪਿਛਲੇ 2 ਦਹਾਕਿਆਂ ਵਿੱਚ ਲਿਖੇ ਗਏ ਹਨ। ਚਮਕੌਰ ਦੀ ਗੜੀ, ਗਗਨ ਮੈਥਾਲ, ਆਨੰਦਪੁਰ ਦੀ ਆਵਾਜ਼ ਇਸੇ ਵਰਗ ਦੇ ਨਾਟਕ ਹਨ। 5ਵਾਂ ਪੁਆਇੰਟ ਹੈ ਰਾਜਨੀਤਿਕ ਨਾਟਕ। ਜਿਨ੍ਹਾਂ ਨਾਟਕਾਂ ਵਿੱਚ ਰਾਜਸੀ ਸੂਝ ਬਾਰੇ ਗੱਲ ਕਹੀ ਗਈ ਹੋਵੇ ਉਹ ਰਾਜਨੀਤਿਕ ਨਾਟਕ ਅਖਵਾਉਂਦੇ ਹਨ। ਮਨੁੱਖ ਦਾ ਜਿੱਥੇ ਸਮਾਜ ਅਤੇ ਧਰਮ ਨਾਲ ਸੰਬੰਧ ਹੈ ਉੱਥੇ ਉਹ ਰਾਜਨੀਤੀ ਨਾਲ ਵੀ ਕਿਸੇ ਨਾ ਕਿਸੇ ਰੂਪ ਵਿੱਚ ਸੰਬੰਧਿਤ ਹੈ। ਰਾਜਨੀਤੀ ਉਸ ਦੇ ਨਿੱਤ ਦੇ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ, ਕਈ ਵਾਰ ਉਸ ਦੀ ਨੁਹਾਰ ਹੀ ਬਦਲ ਦਿੰਦੀ ਹੈ। ਇਸ ਲਈ ਨਾਟਕਕਾਰ ਉਹਨਾਂ ਰਾਜਸੀ ਘਟਨਾਵਾਂ ਨੂੰ ਇਸ ਪ੍ਰਕਾਰ ਦੇ ਨਾਟਕਾਂ ਦਾ ਆਧਾਰ ਬਣਾਉਂਦਾ ਹੈ ਅਤੇ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਵਿੱਚ ਕਿਸੇ ਤਰ੍ਹਾਂ ਦਾ ਪਰਿਵਰਤਨ ਲਿਆਉਂਦਾ ਹੋਵੇ। ਭਾਰਤ ਵਿੱਚ ਸੁਤੰਤਰਤਾ ਪ੍ਰਾਪਤੀ ਲਈ ਬੜੇ ਜੁਝਾਰੂ ਸਾਕੇ ਹੋਏ। ਜਲਿਆਂਵਾਲਾ ਬਾਗ ਵਿੱਚ ਕਤਲਾਂ ਦੀ ਹਨੇਰੀ ਵਗੀ, ਬੱਬਰ ਅਕਾਲੀ ਲਹਿਰ ਚੱਲੀ, ਸ਼ਹੀਦ ਭਗਤ ਸਿੰਘ ਨੇ ਸਥਾਪਿਤ ਸਰਕਾਰ ਨੂੰ ਆਪਣੀ ਸ਼ਹੀਦੀ ਵੱਲ ਨਾਲ ਝੰਜੋੜ ਦਿੱਤਾ। ਕਾਰਨ ਭਾਵੇਂ ਕੁਝ ਹੀ ਰਹੇ ਹੋਣ, ਪੰਜਾਬੀ ਵਿੱਚ ਰਾਜਨੀਤਿਕ ਨਾਟਕ ਬਹੁਤ ਘੱਟ ਹੀ ਲਿਖੇ ਗਏ ਹਨ। ਗੁਰਦਿਆਲ ਸਿੰਘ ਫੂਲ ਨੇ ਚੋ ਅਜੇ ਸੁੱਕਾ ਨਹੀਂ, ਜਗਜੀਤ ਸਿੰਘ ਕੋਮਲ ਨੇ ਸੂਰਜ ਤਪ ਕਰਦਾ ਹੈ ਆਦਿ ਕੁਝ ਯਤਨ ਇਸ ਦਿਸ਼ਾ ਵੱਲ ਕੀਤੇ ਹਨ, ਪਰ ਬਿਨਾਂ ਪਰਪੱਕ ਰਾਜਸੀ ਸੂਝ ਦੇ ਅਜਿਹੇ ਨਾਟਕ ਲਿਖਣੇ ਸਰਲ ਨਹੀਂ। ਇਹਨਾਂ 5 ਕਿਸਮਾਂ ਤੋਂ ਇਲਾਵਾ ਕੁਝ ਵਿਦਵਾਨਾਂ ਨੇ ਵਿਅੰਗਾਤਮਕ ਨਾਟਕ, ਪ੍ਰਚਾਰਾਤਮਕ ਨਾਟਕ ਆਦਿ ਵਰਗ ਵੀ ਦੱਸੇ ਹਨ, ਪਰ ਇਹ ਸਾਰੇ ਵਰਗ ਉੱਪਰਲੇ 5 ਵਰਗਾਂ ਵਿੱਚ ਹੀ ਸਮਾ ਜਾਂਦੇ ਹਨ। ਪ੍ਰਭਾਵ ਅਨੁਸਾਰ ਵਰਗੀਕਰਨ। ਪ੍ਰਭਾਵ ਦਾ ਸੰਬੰਧ ਕੇਵਲ ਅੰਤ ਨਾਲ ਨਹੀਂ ਸਗੋਂ ਸਾਰੇ ਵਾਤਾਵਰਣ ਨਾਲ ਹੈ ਜੋ ਸਾਰੇ ਨਾਟਕ ਦੇ ਆਦਿ ਤੋਂ ਅੰਤ ਤੱਕ ਛਾਇਆ ਰਹਿੰਦਾ ਹੈ। ਪ੍ਰਭਾਵ ਅਨੁਸਾਰ ਨਾਟਕ ਨੂੰ 5 ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਦੁਖਾਂਤ, ਸੁਖਾਂਤ, ਹਲਕਾ ਦੁਖਾਂਤ, ਦੁਖਾਂਤ ਸੁਖਾਂਤ, ਪ੍ਰਹਸਨ। ਪਹਿਲਾ ਪੁਆਇੰਟ ਹੈ ਪ੍ਰਭਾਵ ਅਨੁਸਾਰ ਵਰਗੀਕਰਨ ਦਾ ਦੁਖਾਂਤ। ਇਸ ਨੂੰ ਤਰਾਸਦੀ ਵੀ ਕਿਹਾ ਜਾਂਦਾ ਹੈ, ਜੋ ਅਸਲੋਂ ਅੰਗਰੇਜ਼ੀ ਦੇ ਟ੍ਰੈਜਡੀ ਦਾ ਪੰਜਾਬੀ ਰੂਪਾਂਤਰ ਹੈ। ਭਾਰਤੀ ਨਾਟਕਾਂ ਦਾ ਪ੍ਰਭਾਵ ਸੁਖਾਂਤਕ ਹੈ। ਦੁਖਾਂਤਕ ਪ੍ਰਭਾਵ ਵਾਲੇ ਨਾਟਕ ਯੂਨਾਨੀ ਨਾਟਕ ਪਰੰਪਰਾ ਤੋਂ ਆਏ ਹਨ। ਦੁਖਾਂਤ ਦੀ ਪਰਿਭਾਸ਼ਾ ਅਰਸਤੂ ਨੇ ਇਸ ਤਰ੍ਹਾਂ ਕੀਤੀ ਹੈ: ਤਰਾਸਦੀ ਉਸ ਕਾਰਜ ਦੀ ਨਕਲ ਜਾਂ ਅਨੁਕਰਨ ਹੈ ਜੋ ਗੰਭੀਰ, ਸੰਪੂਰਨ ਅਤੇ ਵਿਸ਼ੇਸ਼ ਆਕਾਰ ਪ੍ਰਕਾਰ ਦਾ ਹੁੰਦਾ ਹੈ। ਇਹ ਅਨੁਕਰਨ ਹਰ ਤਰ੍ਹਾਂ ਨਾਲ ਅਲੰਕਾਰੀ ਹੋਈ ਭਾਸ਼ਾ ਰਾਹੀਂ ਨਾਟਕ ਦੇ ਵੱਖ-ਵੱਖ ਭਾਗਾਂ ਵਿੱਚ ਵਰਣਿਤ ਰੂਪ ਵਿੱਚ ਨਹੀਂ, ਸਗੋਂ ਕਾਰਜ ਦੇ ਰੂਪ ਵਿੱਚ ਦਇਆ ਜਾਂ ਭੈ ਦਾ ਭਾਵ ਉਪਜਾ ਕੇ ਅਜਿਹੀਆਂ ਭਾਵਨਾਵਾਂ ਦਾ ਉਚਿਤ ਨਿਕਾਸ ਜਾਂ ਕੈਥਾਰਸਿਸ ਕਰਦਾ ਹੈ। ਅਰਸਤੂ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਅਨੇਕ ਵਿਦਵਾਨਾਂ ਨੇ ਆਪਣੇ ਢੰਗ ਨਾਲ ਤਰਾਸਦੀ ਦੀ ਵਿਆਖਿਆ ਕੀਤੀ ਹੈ ਅਤੇ ਆਪਣੀਆਂ ਪਰਿਭਾਸ਼ਾਵਾਂ ਲਿਖੀਆਂ ਹਨ, ਪਰ ਇਹਨਾਂ ਸਾਰਿਆਂ ਵਿੱਚ ਜੋ ਗੱਲ ਵਿਸ਼ੇਸ਼ ਰੂਪ ਵਿੱਚ ਉਘੜਦੀ ਹੈ ਉਹ ਇਹ ਹੈ ਕਿ ਤਰਾਸਦੀ ਵਿੱਚ ਇੱਕ ਘੋਲ ਹੁੰਦਾ ਹੈ, ਇੱਕ ਟੱਕਰ ਹੁੰਦੀ ਹੈ ਜੋ ਨਾਇਕ ਅਤੇ ਵਿਰੋਧੀ ਸ਼ਕਤੀਆਂ ਵਿਚਾਲੇ ਚੱਲਦੀ ਰਹਿੰਦੀ ਹੈ। ਡਾਕਟਰ ਗੁਰਦਿਆਲ ਸਿੰਘ ਫੂਲ ਅਨੁਸਾਰ ਇਹ ਘੋਲ ਅੰਤਰਮੁਖੀ ਅਤੇ ਬਾਹਰਮੁਖੀ 2 ਤਰ੍ਹਾਂ ਦਾ ਹੁੰਦਾ ਹੈ। ਯੂਨਾਨੀ ਨਾਟਕਾਂ ਵਿੱਚ ਇਹ ਘੋਲ ਮੁੱਖ ਪਾਤਰ ਅਤੇ ਕਿਸਮਤ ਵਿੱਚ ਹੁੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਘੋਲ ਦੇਵਤਿਆਂ ਦੀ ਕਰੋਪੀ ਕਰਕੇ ਪੈਦਾ ਹੁੰਦਾ ਸੀ। ਸ਼ੇਕਸਪੀਅਰ ਦੇ ਦੁਖਾਂਤਕ ਨਾਟਕਾਂ ਵਿੱਚ ਮੁੱਖ ਪਾਤਰ ਯਾਨੀ ਨਾਇਕ ਆਪਣੇ ਅੰਦਰਲੇ ਸਵੈ ਵਿਰੋਧ ਤੋਂ ਜਨਮੀ ਭਾਵੀ ਨਾਲ ਘੁਲਦਾ ਸੀ। ਆਧੁਨਿਕ ਦੁਖਾਂਤ ਨਾਟਕ ਵਿੱਚ ਨਾਇਕ ਦੀ
ਕਿਸਮਤ ਮਾਨਸਿਕ ਦਵੰਦਾਂ ਅਤੇ ਬਾਹਰਲੇ ਵਿਰੋਧਾਂ ਦੀ ਟੱਕਰ ਤੋਂ ਜਨਮ ਲੈਂਦੀ ਹੈ ਅਤੇ ਨਾਇਕ ਨੂੰ ਇੱਕ ਅਜਿਹੀ ਥਾਂ ਉੱਤੇ ਲਿਆ ਕੇ ਖੜਾ ਕਰਦੀ ਹੈ ਕਿ ਉਸ ਦਾ ਉਸ ਕੋਲ ਤੋਂ ਉੱਭਰਨਾ ਕਠਿਨ ਹੋ ਜਾਂਦਾ ਹੈ। ਤਰਾਸਦੀ ਨੂੰ ਵੇਖ ਕੇ ਦਰਸ਼ਕ ਦੇ ਮਨ ਉੱਤੇ ਜੋ ਪ੍ਰਭਾਵ ਪੈਂਦਾ ਹੈ ਉਹ ਮਾਨਵ ਚਰਿੱਤਰ ਦੀ ਮਹਾਨਤਾ, ਉਸ ਦੀ ਸਹਿਣਸ਼ੀਲਤਾ ਅਤੇ ਦ੍ਰਿੜਤਾ ਦਾ ਚਿੱਤਰ ਪੇਸ਼ ਕਰਦਾ ਹੈ ਅਤੇ ਨਾਲ ਹੀ ਉਸ ਦੇ ਜੀਵਨ ਵਿੱਚ ਵਿਆਪਤ ਕਲੇਸ਼ਾਂ ਅਤੇ ਦੁੱਖਾਂ ਨੂੰ ਦਰਸਾਉਂਦਾ ਹੈ। ਨਾਇਕ ਦਾ ਵਿਰੋਧੀ ਪਰਿਸਥਿਤੀਆਂ ਨਾਲ ਜੂਝਣਾ ਉਸ ਪ੍ਰਤੀ ਜਿੱਥੇ ਇੱਕ ਪ੍ਰਕਾਰ ਦਾ ਆਦਰ ਭਾਵ ਪੈਦਾ ਕਰਦਾ ਹੈ, ਉੱਥੇ ਸਾਰੇ ਵਾਤਾਵਰਨ ਨੂੰ ਗਹਿਰ ਗੰਭੀਰ ਵੀ ਬਣਾਉਂਦਾ ਹੈ। ਸਪਸ਼ਟ ਹੈ ਕਿ ਤਰਾਸਦੀ ਨਾਟਕ ਦੀ ਇੱਕ ਮਹੱਤਵਪੂਰਨ ਕਿਸਮ ਹੈ ਜਿਸ ਨੂੰ ਵੇਖ ਕੇ ਦਰਸ਼ਕ ਸੋਝ ਸਵਾਦ ਹੀ ਨਹੀਂ ਮਾਣਦੇ, ਸਗੋਂ ਆਪਣੇ ਮਨ ਅੰਦਰਲੇ ਦੋਸ਼ਾਂ ਤੋਂ ਮੁਕਤ ਵੀ ਹੁੰਦੇ ਹਨ, ਕਿਉਂਕਿ ਸਧਾਰਨੀਕਰਨ ਜਾਂ ਤਦਾਕਰਤਾ ਨਾਲ ਦਰਸ਼ਕ ਦੇ ਮਨ ਅੰਦਰਲੇ ਦੋਸ਼ਾਂ ਦਾ ਧੋਇਆ ਜਾਣਾ ਕੁਦਰਤੀ ਹੈ। ਪ੍ਰਭਾਵ ਅਨੁਸਾਰ ਵਰਗੀਕਰਨ ਦਾ ਦੂਜਾ ਪੁਆਇੰਟ ਹੈ ਸੁਖਾਂਤ। ਸੁਖਾਂਤ ਦੀ ਪਰਿਭਾਸ਼ਾ ਕਰਦਿਆਂ ਅਰਸਤੂ ਨੇ ਸਥਾਪਿਤ ਕੀਤਾ ਹੈ ਕਿ ਸੁਖਾਂਤ ਨੀਵੀਂ ਪੱਧਰ ਦੇ ਪਾਤਰਾਂ ਦਾ ਅਨੁਕਰਨ ਹੈ। ਨੀਵੀਂ ਪੱਧਰ ਤੋਂ ਭਾਵ ਭੈੜਾਪਨ ਨਹੀਂ ਹੈ। ਇਸ ਵਿੱਚ ਕਿਸੇ ਕੋਝ ਜਾਂ ਘਾਟ ਦੇ ਹਾਸ ਰਸ ਪੈਦਾ ਕੀਤਾ ਜਾਂਦਾ ਹੈ ਜਿਸ ਦਾ ਅੰਤ ਘਾਤਕ ਨਹੀਂ ਸੁਖਦ ਹੁੰਦਾ ਹੈ। ਅਸਲ ਵਿੱਚ ਸੁਖਾਂਤ ਦਾ ਕੰਮ ਦਰਸ਼ਕਾਂ ਦੇ ਮਨ ਵਿੱਚ ਕੋਈ ਗੰਭੀਰ ਭਾਵ ਜਗਾਉਣਾ ਨਹੀਂ, ਸਗੋਂ ਉਹਨਾਂ ਨੂੰ ਖੁਸ਼ ਕਰਨਾ ਹੈ। ਇਸ ਵਿੱਚ ਘੋਲ ਜਾਂ ਟੱਕਰ ਬਾਹਰਮੁਖੀ ਹੁੰਦੀ ਹੈ। ਟੱਕਰ ਦੀ ਗੁੰਝਲ ਵੀ ਸਧਾਰਨ ਹੁੰਦੀ ਹੈ, ਭਿੱਡੀ ਨਹੀਂ ਹੁੰਦੀ, ਸਗੋਂ ਕਿਸੇ ਔਲਾਰ ਤੋਂ ਪੈਦਾ ਹੋਈ ਹੁੰਦੀ ਹੈ। ਅੰਤ ਵਿੱਚ ਹਾਲਤ ਸੁਖ ਵੱਲ ਜਾਂ ਆਸ ਦੇ ਪੂਰੇ ਹੋਣ ਵੱਲ ਮੁੜ ਖਾਂਦੇ ਹਨ। ਇਸ ਵਿੱਚ ਹਾਸੇ ਦਾ ਵੀ ਬਹੁਤ ਮਹੱਤਵ ਹੈ। ਸੁਖਾਂਤ ਦੀ ਭਾਸ਼ਾ ਸ਼ੈਲੀ ਵੀ ਬਹੁਤ ਸ਼੍ਰੇਸ਼ਟ ਜਾਂ ਉਦਾਤ ਨਹੀਂ ਹੁੰਦੀ। ਪਾਤਰ ਆਮ ਤੌਰ ਤੇ ਮੱਧ ਵਰਗ ਦੇ ਹੁੰਦੇ ਹਨ ਅਤੇ ਘਟਨਾ ਵਿੱਚ ਗੰਭੀਰਤਾ ਵੀ ਆਮ ਪੱਧਰ ਦੀ ਹੁੰਦੀ ਹੈ। ਸੁਖਾਂਤ ਦਾ ਦੁਖਾਂਤ ਨਾਲ ਮੁਕਾਬਲਾ ਕਰਦਿਆਂ ਡਾਕਟਰ ਫੋਲ ਨੇ ਦੱਸਿਆ ਹੈ ਕਿ ਜੇ ਤਰਾਸਦੀ ਦਰਸ਼ਕਾਂ ਨੂੰ ਨਾਇਕ ਦੇ ਕੋਲ ਰਾਹੀਂ ਤਰਸ ਅਤੇ ਡਰ ਨਾਲ ਆਤਮਿਕ ਤੌਰ ਤੇ ਪਿੰਜ ਕੇ ਉਹਨਾਂ ਦੀ ਸ਼ੁੱਧੀ ਕਰਦੀ ਹੈ ਤੇ ਅਸਲੀ ਜੀਵਨ ਸੱਚ ਦਾ ਗਿਆਨ ਕਰਾਉਂਦੀ ਹੈ, ਤਾਂ ਸੁਖਾਂਤ ਦਰਸ਼ਕਾਂ ਨੂੰ ਹਸਾ ਕੇ, ਠਿੱਠ ਕਰਕੇ, ਉਹਨਾਂ ਨੂੰ ਕਰੂਚੀਆਂ, ਆਪ ਹੁਦਰੀਆਂ, ਉਲਾਰਾਂ, ਅਤ੍ਰਿਪਤੀਆਂ ਤੇ ਦਿਖਾਵੇ ਦੀ ਹੀਰ ਤੋਂ ਮੁਕਤ ਕਰਦਾ ਹੈ। ਦੋਹਾਂ ਦਾ ਮਨੋਰਥ ਇੱਕ ਹੈ। ਤਰਾਸਦੀ ਆਤਮਿਕ ਸ਼ੁੱਧੀ ਕਰਦੀ ਹੈ ਤੇ ਸੁਖਾਂਤ ਸਮਾਜਿਕ ਸ਼ੁੱਧੀ ਕਰਦਾ ਹੈ। ਪ੍ਰਭਾਵ ਅਨੁਸਾਰ ਵਰਗੀਕਰਨ ਦਾ ਤੀਜਾ ਪੁਆਇੰਟ ਹੈ ਹਲਕਾ ਦੁਖਾਂਤ। ਇਹ ਤਰਾਸਦੀ ਹੀ ਇੱਕ ਕਿਸਮ ਸਮਝੀ ਜਾਂਦੀ ਹੈ। ਇਸ ਵਿੱਚ ਸੁਭਾਵਿਕਤਾ ਘੱਟ ਹੁੰਦੀ ਹੈ। ਭਿਆਨਕ ਅਤੇ ਸਨਸਨੀ ਵਾਲੀਆਂ ਘਟਨਾਵਾਂ ਨੂੰ ਚਿੱਤਰ ਕੇ ਉਪਭਾਵੁਕ ਅਤੇ ਉਤੇਜਕ ਜਿਹਾ ਵਾਤਾਵਰਨ ਪੈਦਾ ਹੋ ਜਾਂਦਾ ਹੈ। ਸੰਵਾਦ ਅਤੇ ਪਾਤਰ ਵੀ ਸਧਾਰਨ ਜੀਵਨ ਵਿੱਚੋਂ ਕੁਝ ਹਟ ਕੇ ਹੁੰਦੇ ਹਨ। ਡਾਕਟਰ ਫੂਲ ਨੇ ਦੱਸਿਆ ਹੈ ਕਿ ਹਲਕੇ ਦੁਖਾਂਤ ਦਾ ਪਹਿਲਾ ਲੱਛਣ ਇਹ ਹੈ ਕਿ ਇਹ ਬਹੁਤ ਉਤਸੁਕਤਾ ਭਰਪੂਰ ਹੁੰਦਾ ਹੈ। ਪਾਤਰ ਉਸਾਰੀ ਘਟੀਆ ਹੁੰਦੀ ਹੈ। ਇਸ ਵਿੱਚ ਗਾਣੇ, ਤਮਾਸ਼ੇ ਤੇ ਅਜੀਬ ਘਟਨਾਵਾਂ ਪ੍ਰਧਾਨ ਹੁੰਦੀਆਂ ਹਨ, ਜਾਂ ਇਉਂ ਕਹਿ ਲਓ ਇਹ ਕਿਰਿਆ ਪ੍ਰਧਾਨ ਹੁੰਦਾ ਹੈ। ਇਸ ਦਾ ਮਨੋਰਥ ਦਰਸ਼ਕਾਂ ਵਿੱਚ ਸਨਸਨੀ, ਹੈਰਾਨੀ ਤੇ ਉਪਭਾਵੁਕਤਾ ਪੈਦਾ ਕਰਨਾ ਹੁੰਦਾ ਹੈ। ਡਾਕਟਰ ਸੁਰਜੀਤ ਸਿੰਘ ਸੇਠੀ ਦਾ ਮਤ ਹੈ ਕਿ ਦੁਖਾਂਤ ਅਤੇ ਸੁਖਾਂਤ ਦੋਹਾਂ ਵਿੱਚ ਮੈਲੋਡਰਾਮਾ ਦੇ ਅੰਸ਼ ਲੁਪਤ ਹੁੰਦੇ ਹਨ। ਪ੍ਰਭਾਵ ਅਨੁਸਾਰ ਵਰਗੀਕਰਨ ਦਾ ਚੌਥਾ ਪੁਆਇੰਟ ਹੈ ਦੁਖਾਂਤ ਸੁਖਾਂਤ। ਉਂਝ ਤਾਂ ਹਰ ਇੱਕ ਨਾਟਕ ਵਿੱਚ ਦੁੱਖ ਅਤੇ ਸੁੱਖ ਦਾ ਅੰਸ਼ ਮਿਲਦਾ ਹੈ, ਪਰ ਦੁਖਾਂਤ ਸੁਖਾਂਤ ਨਾਟਕ ਵਿੱਚ ਅੰਸ਼ ਜ਼ਿਆਦਾ ਉਗੜਿਆ ਹੋਇਆ ਹੁੰਦਾ ਹੈ। ਇਸ ਪ੍ਰਕਾਰ ਦੇ ਨਾਟਕ ਲਿਖਣ ਦੀ ਬਿਰਤੀ ਪਿੱਛੇ ਨਾਟਕਕਾਰ ਦੀ ਇਹ ਧਾਰਨਾ ਰਹਿੰਦੀ ਹੈ ਕਿ ਜੇ ਨਾਟਕ ਵਿੱਚ ਜੀਵਨ ਦਾ ਯਥਾਰਥ ਚਿੱਤਰਨ ਕਰਨਾ ਹੋਵੇ ਤਾਂ ਇਹਨਾਂ ਦੋਹਾਂ ਅੰਸ਼ਾਂ ਦਾ ਰਲਵਾਂ ਪ੍ਰਗਟਾ ਹੋਣਾ ਚਾਹੀਦਾ ਹੈ। ਇਸ ਨਾਲ ਜੀਵਨ ਦਾ ਸੱਚਾ ਚਿੱਤਰ ਖਿੱਚਿਆ ਜਾ ਸਕਦਾ ਹੈ। ਇਸ ਪ੍ਰਕਾਰ ਦੇ ਨਾਟਕ ਵਿੱਚ
ਆਰੰਭ ਵਿੱਚ ਇਹ ਪ੍ਰਭਾਵ ਪੈਦਾ ਹੈ ਕਿ ਇਸ ਦਾ ਅੰਤ ਦੁਖਾਂਤਕ ਹੋਵੇਗਾ, ਪਰ ਜਿਉਂ-ਜਿਉਂ ਨਾਟਕ ਸਿਖਰ ਵੱਲ ਵੱਧਦਾ ਹੈ ਤਾਂ ਦੁਖਾਂਤ ਟਲਣ ਲੱਗ ਜਾਂਦਾ ਹੈ। ਦੁਖਾਂਤ-ਸੁਖਾਂਤ ਨਾਟਕ ਦੀ ਸਿਰਜਣ ਸੰਬੰਧੀ ਨਿਕੋਲ ਦਾ ਮਤ ਹੈ ਕਿ 3 ਢੰਗਾਂ ਨਾਲ ਦੁਖਾਂਤ ਨੂੰ ਦੁਖਾਂਤ-ਸੁਖਾਂਤ ਰੂਪ ਦਿੱਤਾ ਜਾ ਸਕਦਾ ਹੈ। ਪਹਿਲਾ ਇਹ ਹੈ ਕਿ ਦੁਖਾਂਤ ਦਾ ਅੰਤ ਸੁਖਾਂਤਕ ਕਰਕੇ ਜਾਂ ਉਸ ਵਿੱਚ ਹਾਸੇ ਦਾ ਅੰਸ਼ ਰਲਾ ਕੇ ਇਸ ਪ੍ਰਕਾਰ ਦਾ ਨਾਟਕ ਰਚਿਆ ਜਾਂਦਾ ਹੈ। ਦੂਜਾ, ਹਾਸੇ ਨਾਲ ਦੁਖਾਂਤਕ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਤੀਜਾ, ਦੁਖਾਂਤ ਦੇ ਨਾਲ ਸੁਖਾਂਤ ਦਾ ਵਾਤਾਵਰਨ ਸਿਰਜਣ ਲਈ ਹਾਸਾ ਸਮਾਨਾਂਤਰ ਤੁਰਦਾ ਰਹਿੰਦਾ ਹੈ। ਪ੍ਰਭਾਵ ਅਨੁਸਾਰ ਵਰਗੀਕਰਨ ਦਾ 5ਵਾਂ ਪੁਆਇੰਟ ਹੈ ਪ੍ਰਹਸਨ। ਜਿਵੇਂ ਨੀਵੀਂ ਪੱਧਰ ਦੀ ਤਰਾਸਦੀ ਜਾਂ ਦੁਖਾਂਤ ਨੂੰ ਹਲਕਾ ਦੁਖਾਂਤ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਹਲਕੇ ਸੁਖਾਂਤ ਨੂੰ ਪ੍ਰਹਸਨ ਦਾ ਨਾਂ ਦਿੱਤਾ ਜਾਂਦਾ ਹੈ। ਇਸ ਵਿੱਚ ਸੰਦੇਹ ਨਹੀਂ ਹੈ ਕਿ ਪ੍ਰਹਸਨ ਭਰਤ ਮੁਨੀ ਦੁਆਰਾ ਦੱਸੇ 10 ਰੂਪਕਾਂ ਵਿੱਚੋਂ ਅੰਤਿਮ ਹੈ ਅਤੇ ਸੰਸਕ੍ਰਿਤੀ ਸਾਹਿਤ ਵਿੱਚ ਨਾਟਕਕਾਰਾਂ ਨੇ ਪ੍ਰਹਸਨ ਲਿਖਣ ਦੇ ਯਤਨ ਵੀ ਕੀਤੇ ਹਨ, ਪਰ ਆਧੁਨਿਕ ਯੁੱਗ ਵਿੱਚ ਇਸ ਦਾ ਵਿਕਾਸ ਕੁਝ ਸੁਤੰਤਰ ਢੰਗ ਨਾਲ ਹੋਇਆ ਹੈ। ਇਸ ਵਿੱਚ ਪਾਤਰ ਬੇਹੂਦਗੀ ਭਰੀਆਂ ਗੱਲਾਂ ਅਤੇ ਕਾਰਜ ਕਰਦੇ ਹਨ, ਜਿਨ੍ਹਾਂ ਤੋਂ ਸਥੂਲ ਹਾਸ ਰਸ ਪੈਦਾ ਹੁੰਦਾ ਹੈ। ਇਸ ਵਿੱਚ ਨਾ ਭਾਵਾਂ ਦੀ ਗੰਭੀਰਤਾ ਹੁੰਦੀ ਹੈ ਅਤੇ ਨਾ ਤਰਕ ਸਹਿਤ ਗੱਲ ਕਹੀ ਜਾਂਦੀ ਹੈ। ਅਤਕਥਨੀਆਂ ਅਤੇ ਨਾ ਮੰਨਣਯੋਗ ਮੌਕਾ ਮੇਲਾਂ ਦੀ ਭਰਮਾਰ ਹੁੰਦੀ ਹੈ, ਪਰ ਘਟਨਾ ਇੱਕ ਪਾਸੜ ਅਤੇ ਉਲਾਰ ਵਾਲੀ ਹੁੰਦੀ ਹੈ। ਭੰਡਾਂ ਵਾਂਗ ਇਸ ਵਿੱਚ ਨਕਲ ਵਰਗਾ ਹਾਸਾ ਅਤੇ ਟੀਚਰ ਹੁੰਦੀ ਹੈ, ਪਰ ਨਕਲਾਂ ਨਾਲੋਂ ਇਹ ਸਾਰਥਕ ਮੂੰਹ ਮੱਥੇ ਵਾਲੀ ਹੁੰਦੀ ਹੈ। ਪੰਜਾਬੀ ਵਿੱਚ ਸੁਤੰਤਰ ਤੌਰ ਤੇ ਪ੍ਰਹਸਨ ਬਹੁਤ ਘੱਟ ਲਿਖੇ ਗਏ ਹਨ। ਬਲਵੰਤ ਗਾਰਗੀ ਦੀ ਰਚਨਾ ਘੁੱਗੀ ਇੱਕ ਪ੍ਰਹਸਨ ਹੀ ਹੈ। ਉਪਰੋਕਤ ਵਰਗੀਕਰਨ ਤੋਂ ਇਲਾਵਾ ਆਕਾਰ ਦੀ ਦ੍ਰਿਸ਼ਟੀ ਤੋਂ ਨਾਟਕਾਂ ਦੇ ਇੱਕ ਅੰਗੀ, ਬਹੁ ਅੰਗੀ ਅਤੇ ਤਕਨੀਕ ਦੀ ਦ੍ਰਿਸ਼ਟੀ ਤੋਂ ਰੇਡੀਓ ਨਾਟਕ, ਨੁੱਕੜ ਨਾਟਕ, ਟੈਲੀਵਿਜ਼ਨ ਨਾਟਕ ਵੀ ਸਾਹਮਣੇ ਆਏ ਹਨ।